चुनावी मंच हो या एक्टर का पंच, फटाक 30 सेकंड में खबर डाउनलोड कीजिए तक ऐप। कि ਜਿਹੜੇ ਪੀਣ ਖਾਣ ਵਾਲੇ ਉਹਨਾਂ ਨੂੰ ਛੋਟੇ ਛੋਟੇ ਫੜ ਕੇ ਅੰਦਰ ਦੇ ਦੇਣੇ ਆ, ਥੋੜੇ ਚਿਰ ਬਾਅਦ ਛੁੱਟ ਜਾਂਦੇ ਆ। ਉਹਦੇ 'ਚ ਇਹ ਲਿਖਿਆ ਗਿਆ ਵੀ ਜੇ ਤੁਸੀਂ ਇਸ ਚੀਜ਼ ਤੇ ਕਾਰਵਾਈ ਕਿਉਂ ਨਹੀਂ ਕਰਦੇ ਕਿ ਆ ਕਿੱਥੋਂ ਰਿਹਾ, ਆਫਟਰ ਆਲ ਅੰਮ੍ਰਿਤਸਰ ਨੂੰ ਸਪਲਾਈ ਚੇਨ ਕਿਤੇ ਆ ਹੀ ਰਹੀ ਹੈ ਨਾ, ਉਹ ਸਪਲਾਈ ਚੇਨ ਤੁਹਾਡੇ ਕੋਲ ਕਿਉਂ ਨਹੀਂ ਟੁੱਟਦੀ। ਜਦੋਂ ਵੀ ਕੋਈ ਕੰਪਲੇਂਟ ਕਰਕੇ ਲੈ ਕੇ ਜਾਂਦਾ ਤੁਸੀਂ ਕਹਿੰਦੇ ਦੱਸੋ ਜੀ ਕੌਣ ਕੌਣ ਵੇਚਦਾ, ਤੇ ਜੇ ਅਸੀਂ ਦੱਸਣਾ ਫਿਰ ਤੁਸੀਂ ਬੈਠੇ ਕਰ ਰਹੇ ਜੇ, ਤੁਹਾਡੀ ਫੋਰਸ ਉੱਥੇ ਕਰ ਰਹੀ, ਤੁਹਾਡੀ ਇੰਟੈਲੀਜੈਂਸ ਕੀ ਕਰ ਰਿਹਾ, CID ਕਰ ਰਿਹਾ, ਫਿਰ ਤਾਂ ਤੁਸੀਂ ਫੇਲ ਜੇ ਇਸ ਕੰਮ ਵਾਸਤੇ ਕਿ ਜੇ ਤੁਹਾਡੇ ਕੋਲ ਇਹ ਨਹੀਂ ਪਤਾ। ਮੇਰਾ ਖਿਆਲ ਕਿੰਨੀ ਵਾਰ ਮੈਂ ਜ਼ਿਕਰ ਕਰਕੇ ਹਟ ਗਿਆ, ਪਰ ਪੁਲਿਸ 2 ਦਿਨ ਵਾਸਤੇ ਚੱਕਰ ਮਾਰਦੀ ਹੈ। ਇਹ ਚੱਕਰ ਮਾਰਿਆ ਹੋਣਾ ਗੱਲ ਹੋਣੀ ਹੈ। ਇਹ ਤਾਂ ਤੁਹਾਨੂੰ ਇੰਟੈਲੀਜੈਂਸ ਔਰ CID ਦੇ ਰਾਹੀਂ ਪਤਾ ਲਾਉਣਾ ਪਊਗਾ ਵੀ ਕਿਹੜਾ ਸਪਲਾਈ ਲੈਣ ਦੇਣਾ, ਸਪਲਾਈ ਲੇਨ ਤੋੜਨੀ ਪਊ, ਜਿਹੜੀ ਚੇਨ ਉਹ ਤੋੜਨੀ ਪਊਗੀ ਅਣਮਿੱਥੇ ਸਮੇਂ ਵਾਸਤੇ। ਜਿੱਦਾਂ ਜੰਤਰ ਮੰਤਰ ਕਿਸਾਨੀ ਬਿੱਲਾਂ ਦੇ ਉੱਤੇ 1 ਸਾਲ ਧਰਨਾ ਦਿੱਤਾ ਸੀ ਨਾ, ਅਣਮਿੱਥੇ ਸਮੇਂ ਵਾਸਤੇ ਤੰਬੂ ਲਾ ਕੇ ਕਮਿਸ਼ਨਰ ਆਫ ਪੁਲਿਸ ਜਾਂ DGP ਦੇ ਲੱਗ ਗਿਆ, ਕਿਉਂਕਿ ਚੰਡੀਗੜ੍ਹ ਸ਼ਹਿਰ ਲੱਗੇ ਨਾ, ਫਿਰ ਕਮਿਸ਼ਨਰ ਆਫ ਪੁਲਿਸ ਤੇ SSP ਦਿਹਾਤੀ ਦੋਵਾਂ ਦੇ ਬਾਹਰ ਤੰਬੂ ਲੱਗਾ ਹੋਊਗਾ ਤੇ ਲਗਾਤਾਰ ਧਰਨਾ ਜਿਹੜਾ ਉਹ ਚੱਲੇਗਾ। ਮੈਂ DGP ਸਾਹਿਬ ਨੂੰ ਚਿੱਠੀ ਲਾ ਕੇ ਬੇਨਤੀ ਕੀਤੀ ਹੈ ਕਿ ਦੇਖੋ ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਹੈ ਜਿੱਥੇ ਲੱਖਾਂ ਸ਼ਰਧਾਲੂ ਰੋਜ਼ ਆਉਂਦੇ ਨੇ। ਡਰੱਗਸ ਦਾ ਤੇ ਜਿਹੜਾ ਦੜਾ ਸੱਟਾ ਇਹਦਾ ਬੜਾ ਵੱਡਾ ਮੁੱਦਾ ਜਿਹੜਾ ਸ਼ਹਿਰ ਦੇ ਵਿੱਚ ਹੈਗਾ ਆ, ਸ਼ਹਿਰ ਦੀਆਂ ਨਾਲ ਲੱਗਦੀਆਂ ਬਾਦੀਆਂ ਦੇ ਵਿੱਚ ਹੈਗਾ। ਜਿਹੜੇ SSP ਜਿਹੜੇ ਦਿਹਾਤੀ ਦੇ ਅੰਦਰ ਆਉਂਦੇ ਉਹਨਾਂ ਪਿੰਡਾਂ ਦੇ ਵਿੱਚ ਵੀ ਇਹ ਦਿੱਕਤ ਹੈਗੀ ਹੈ। ਪਿੰਡਾਂ ਸਾਨੂੰ ਵੇਖਣ ਨੂੰ ਬਹੁਤ ਮਿਲੀ ਹੈ ਇਲੈਕਸ਼ਨ 'ਚ ਵੀ, ਔਰ ਪਹਿਲਾਂ ਵੀ ਸਾਨੂੰ ਪਤਾ, ਔਰ ਸਮੇਂ-ਸਮੇਂ 'ਤੇ ਮੈਂ ਕਮਿਸ਼ਨਰ ਆਫ ਪੁਲਿਸ ਜਿਹੜੇ ਵੀ ਰਹੇ ਨੇ ਔਰ SSP ਨੂੰ ਵੀ ਇਹ ਧਿਆਨ ਦਿੰਦਾ ਰਿਹਾ, ਪਰ ਕਦੀ ਕਿਸੇ ਨੇ ਗੰਭੀਰਤਾ ਦੇ ਨਾਲ ਇਹਦੇ 'ਤੇ ਕੰਮ ਨਹੀਂ ਕੀਤਾ। ਹਾਂ, ਇਹ ਜ਼ਰੂਰ ਹੈ ਕਿ ਜਿਹੜੇ ਪੀਣ ਖਾਣ ਵਾਲੇ ਉਹਨਾਂ ਨੂੰ ਛੋਟੇ ਛੋਟੇ ਫੜ ਕੇ ਅੰਦਰ ਦੇ ਦੇਣੇ ਆ, ਥੋੜੇ ਚਿਰ ਬਾਅਦ ਛੁੱਟ ਜਾਂਦੇ ਆ। ਉਹਦੇ 'ਚ ਇਹ ਲਿਖਿਆ ਗਿਆ ਵੀ ਜੇ ਤੁਸੀਂ ਇਸ ਚੀਜ਼ ਤੇ ਕਾਰਵਾਈ ਕਿਉਂ ਨਹੀਂ ਕਰਦੇ ਕਿ ਆ ਕਿੱਥੋਂ ਰਿਹਾ, ਆਫਟਰ ਆਲ ਅੰਮ੍ਰਿਤਸਰ ਨੂੰ ਸਪਲਾਈ ਚੇਨ ਕਿਤੇ ਆ ਹੀ ਰਹੀ ਹੈ ਨਾ, ਉਹ ਸਪਲਾਈ ਚੇਨ ਤੁਹਾਡੇ ਕੋਲ ਕਿਉਂ ਨਹੀਂ ਟੁੱਟਦੀ। ਤੁਹਾਡੀ ਜਦੋਂ ਵੀ ਕੋਈ ਕੰਪਲੇਂਟ ਕਰਕੇ ਲੈ ਕੇ ਜਾਂਦਾ ਤੁਸੀਂ ਕਹਿੰਦੇ ਦੱਸੋ ਜੀ ਕੌਣ ਕੌਣ ਵੇਚਦਾ, ਤੇ ਜੇ ਅਸੀਂ ਦੱਸਣਾ ਫਿਰ ਤੁਸੀਂ ਬੈਠੇ ਕਰ ਰਹੇ ਜੇ, ਤੁਹਾਡੀ ਫੋਰਸ ਉੱਥੇ ਕਰ ਰਹੀ, ਤੁਹਾਡੀ ਇੰਟੈਲੀਜੈਂਸ ਕੀ ਕਰ ਰਿਹਾ, CID ਕਰ ਰਿਹਾ, ਫਿਰ ਤਾਂ ਤੁਸੀਂ ਫੇਲ ਜੇ ਇਸ ਕੰਮ ਵਾਸਤੇ ਕਿ ਜੇ ਤੁਹਾਡੇ ਕੋਲ ਇਹ ਨਹੀਂ ਪਤਾ ਵੀ SHO ਦੇ ਜਾਂ ਇੱਕ ਥਾਣੇ ਦੇ ਥੱਲੇ ਜਾਂ ਇੱਕ ਚੌਂਕੀ ਦੇ ਥੱਲੇ। ਮੈਂ ਖੁਦ ਆਪਣੇ ਕਮਟਾਲੇ ਪਿੰਡ ਦਾ, ਮੇਰਾ ਖਿਆਲ ਕਿੰਨੀ ਵਾਰ ਮੈਂ ਜ਼ਿਕਰ ਕਰਕੇ ਹਟ ਗਿਆ, ਪਰ ਪੁਲਿਸ 2 ਦਿਨ ਵਾਸਤੇ ਚੱਕਰ ਮਾਰਦੀ ਹੈ। ਇਹ ਚੱਕਰ ਮਾਰਿਆ ਹੋਣਾ ਗੱਲ ਹੋਣੀ ਹੈ। ਇਹ ਤਾਂ ਤੁਹਾਨੂੰ ਇੰਟੈਲੀਜੈਂਸ ਔਰ CID ਦੇ ਰਾਹੀਂ ਪਤਾ ਲਾਉਣਾ ਪਊਗਾ ਵੀ ਕਿਹੜਾ ਸਪਲਾਈ ਲੈਣ ਦੇਣਾ, ਸਪਲਾਈ ਲੇਨ ਤੋੜਨੀ ਪਊ, ਜਿਹੜੀ ਚੇਨ ਉਹ ਤੋੜਨੀ ਪਊਗੀ, ਪਰ ਉਧਰ ਧਿਆਨ ਨਹੀਂ ਹੁੰਦਾ। ਹਮੇਸ਼ਾ 2 ਦਿਨ ਭਜਾ ਕੇ ਉਹਨਾਂ ਨੂੰ ਭਜਾ ਦਿੰਦੇ ਰੇਡ ਕਰਕੇ, ਲਓ ਜੀ ਅਸੀਂ ਕੰਟਰੋਲ ਕਰ ਲਿਆ। ਮੈਨੂੰ ਵੀ ਪਤਾ ਕੰਟਰੋਲ ਕਿੱਦਾਂ ਹੋਣਾ, ਇਹਨਾਂ ਨੂੰ ਵੀ ਪਤਾ ਕਿੱਦਾਂ ਹੋਣਾ। ਇਹ ਸਮਝਦੇ ਵੀ ਸ਼ਾਇਦ ਪੋਲੀਟੀਕਲ ਬੰਦੇ ਨੂੰ ਇੰਨਾ ਕਰ ਦਿਓ ਇਹਦੇ ਨਾਲ ਗੁਜ਼ਾਰਾ ਹੋ ਜਾਊਗਾ। ਸੋ ਚਿੱਠੀ ਲਿਖਣ ਦਾ ਮੇਰਾ ਮਕਸਦ ਉਹਨਾਂ ਨੂੰ ਇਹੀ ਹੈ ਕਿ ਜਿਹੜੀਆਂ ਸਟੇਟਾਂ ਨੇ, ਜਿਵੇਂ IPF ਦੀ ਰਿਪੋਰਟ ਕਰ ਲਓ, ਆਨਲਾਈਨ ਹੈ, ਜਿਹੜੀ ਬੈਸਟ ਪੁਲਿਸ ਜਿਹੜੀ ਆ ਉਹ ਇਸ ਵੇਲੇ ਅਸਾਮ ਦੀ, ਤੇਲੰਗਾਨਾ ਦੀ, ਆਂਧਰਾ ਪ੍ਰਦੇਸ਼ ਦੀ, ਉਹਨਾਂ ਸਟੇਟਾਂ ਦੀ ਆ ਗਈ ਹੈ, ਕੇਰਲਾ ਦੀ। ਅਸੀਂ ਕਿੱਥੇ ਚਲੇ ਗਏ, ਸਿੱਕਮ ਦੀ। ਅਸੀਂ ਹੇਠਲੀਆਂ ਪੰਜਾਂ 'ਚ ਆ ਗਏ ਹਾਂ। ਸਾਡੀ ਤੁਲਨਾ ਕਿਤੇ ਨਾ ਹੋ ਰਹੀ UP, ਬਿਹਾਰ, ਇਹ ਸਿਸਟਮ ਨਾਲ, ਕਿਉਂਕਿ ਕਰਪਟ ਹੈ ਬਹੁਤ ਜ਼ਿਆਦਾ ਜਿਹੜੇ ਸਟੇਟਾਂ ਦੀ ਤੁਲਨਾ ਹੋ ਰਹੀ ਹੈ। ਇੱਥੇ ਜੋ ਥਾਣੇ 'ਚ ਹਾਲ ਹੁੰਦਾ ਹਰ ਵਿਅਕਤੀ ਨੂੰ ਪਤਾ ਉਹਦਾ ਥਾਣੇ 'ਚ ਹਾਲ ਕਹਿੰਦਾ। ਚੰਗੇ ਸਿਰਫ ਚੰਦ ਪੁਲਿਸ ਅਫਸਰ ਚੰਗੇ ਹੈਗੇ ਆ ਜਿਹੜੇ ਹੇਠਲੇ ਲੈਵਲ 'ਤੇ ਵੀ ਜਾਂ ਉਤਲੇ ਲੈਵਲ 'ਤੇ ਵੀ ਆ, ਜਿਨ੍ਹਾਂ ਦੇ ਕਰਕੇ ਥੋੜ੍ਹੀ ਬਹੁਤੀ ਸ਼ਾਖ ਸਾਡੀ ਬਚੀ ਜਾਂਦੀ ਹੈ। ਪਰ ਬਹੁਤਾਤ ਇਸ ਗੱਲ ਦੀ ਹੈ ਕਿ ਹਰ ਜਗ੍ਹਾ 'ਤੇ ਮੰਥਲੀ ਮਹੀਨੇ ਚੱਲਦੇ ਆ, ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿੱਥੇ ਦੜਾ ਸੱਟਾ ਹੁੰਦਾ, ਕਿਹੜਾ ਵੇਚਦਾ, ਕਿਹੜਾ ਕੰਮ ਕਰਦਾ। ਇਹ ਕਹਿ ਦਿੰਦੇ ਜੀ ਪੋਲੀਟੀਕਲ ਆ। ਮੈਂ ਤੁਹਾਨੂੰ ਕਹਿੰਦਾ ਤੁਸੀਂ ਦੱਸੋ ਕਿਹੜਾ ਪੋਲੀਟੀਕਲ ਆ, ਅੰਦਰ ਦਿਓ। ਤੁਹਾਨੂੰ ਕਿਹੜੇ ਕਾਨੂੰਨ ਨੇ ਇਜਾਜ਼ਤ ਦਿੱਤੀ ਕਿ ਪੋਲੀਟੀਕਲ ਬੰਦੇ ਦੇ ਹੱਥ ਨਹੀਂ ਪਾਉਣਾ? ਕਿਹੜੇ ਕਾਨੂੰਨ ਨੇ ਇਜਾਜ਼ਤ ਇਹ ਦਿੱਤੀ ਹੈ ਕਿ ਤੁਸੀਂ ਆਹ ਬੰਦਾ ਪ੍ਰਭਾਵ ਰੱਖਦਾ ਜੀ ਇਹਨੂੰ ਹੱਥ ਨਹੀਂ ਪਾਉਣਾ? ਕਿਉਂ ਨਹੀਂ ਪਾਉਣਾ ਤੁਸੀਂ ਦੱਸਿਆ ਜਾਵੇ। ਇਹ ਪਬਲਿਕ ਪੁੱਛਦੀ ਹੈ। ਜੇ ਇਸ ਮਸਲੇ ਦਾ ਹੱਲ ਨਹੀਂ ਨਿਕਲਦਾ ਤੇ ਫਿਰ ਅਗਲਾ ਤੁਹਾਡਾ ਕਦਮ ਕੀ ਰਹਿਣਾ? ਦੇਖੋ, ਮੈਂ ਐਂਟੀ ਡਰੱਗ ਡੇ ਹੁੰਦਾ ਜੂਨ 'ਚ, ਮੈਂ ਉਦੋਂ ਤੱਕ ਇਹਨਾਂ ਨੂੰ ਕਿਹਾ ਕਿ ਤੁਸੀਂ ਉਦੋਂ ਤੱਕ ਕੋਈ ਨਾ ਕੋਈ ਕੰਕਰੀਟ ਹੱਲ ਕਰੋ। ਤੁਸੀਂ ਜੇ ਤੁਹਾਨੂੰ ਆਪਣੀ ਸਮਝ ਨਹੀਂ ਪੈਂਦੀ, ਵੈਸੇ ਤਾਂ ਸਾਡੇ ਅਫਸਰ ਕਾਬਲ ਹੈਗੇ ਨੇ, ਨੀਤਨ ਸਿਰਫ ਇਹਨਾਂ ਨੂੰ ਇੱਕ ਵਾਰੀ ਆਪਣਾ ਨੀਅਤ ਸਾਫ਼ ਕਰਕੇ ਤੁਰਨਾ ਪਊਗਾ। ਉਹ ਤੁਸੀਂ ਜਿਹੜੇ ਸਟੇਟ ਕੰਮ ਕਰ ਰਹੇ ਨੇ ਉਹਨਾਂ ਦੀ ਜਾਂ ਤਾਂ ਤੁਸੀਂ ਕਾਪੀ ਕਰ ਲਓ ਜਾਂ ਉਹਨਾਂ ਕੋਲ ਕੋਈ ਸਲਾਹ ਲੈ ਲਓ। ਜੇ ਤੁਹਾਨੂੰ ਕੋਈ ਸਮਝ ਨਹੀਂ ਪੈਂਦਾ, ਵੈਸੇ ਤਾਂ ਤੁਸੀਂ ਆਪ ਬੜੇ ਕਾਬਲ ਜੇ। STF ਬਣੀ ਸੀ, STF ਜਿਹੜੀ ਆ ਉਹ ਬਹੁਤ ਵਧੀਆ ਕੰਮ ਕਰਦੀ ਸੀ, ਪਰ STF ਜਦੋਂ ਫੜਦੀ ਸੀ ਤੇ ਜਿਹੜਾ ਦੂਜੇ ਮੌਜੂਦਾ ਜਿਹੜਾ ਤੰਤਰ ਸੀ DGP ਜਿਹੜੀ ਮੇਨ ਫੋਰਸ ਆ, ਉਹਨਾਂ ਨੂੰ ਪ੍ਰੋਬਲਮ ਆਉਂਦੀ ਕਿਉਂਕਿ ਫੜਨਾ ਤਾਂ ਉਹਨਾਂ ਪੰਜਾਬ 'ਚੋਂ ਹੀ ਆ। ਉਹਨਾਂ ਨੂੰ ਫੇਲ ਕਰਨ ਵਾਸਤੇ ਉਸ ਸਮੇਂ ਦੇ DGP ਨੇ ਡਟ ਕੇ ਮਤਲਬ ਉਹ STF ਨੂੰ ਮਤਲਬ ਨਕਾਰਾ ਕੀਤਾ ਤੇ ਉਹ ਕੰਮ ਨਹੀਂ ਕਰ ਸਕੇ। ਪਰ STF ਨੇ ਬਹੁਤ ਵਧੀਆ ਵੱਡੇ ਪੈਲਡਰ ਨੂੰ ਹੱਥ ਪਾਉਂਦੇ ਹੋਏ ਨਹੀਂ ਸੀ ਪੀਣ ਵਾਲਾ ਫੜ ਲਿਆ, ਉਹ ਕਹਿੰਦੇ ਇਹ ਚੇਨ ਤੋੜਨੀ ਆ, ਚੇਨ ਦਾ ਲੱਕ ਪਾਉਂਦੇ ਸੀ ਉਹ, ਪਰ ਉਹਨਾਂ ਨੂੰ ਵੀ ਫੇਲ ਕੀਤਾ ਗਿਆ। ਅੱਜ ਵੀ ਸਰਕਾਰ ਕੋਈ ਆਵੇ, ਕੋਈ ਆ ਜੇ, ਕੋਈ ਬਣ ਜੇ, ਮੈਂ ਇਹ ਕਹਿਣਾ ਚਾਹੁੰਦਾ ਤੁਹਾਨੂੰ ਪੁਲਿਸ ਅਫਸਰ ਤੇ ਸੇਮ ਹੀ ਰਹਿਣੇ ਆ ਕਿ ਤੁਹਾਨੂੰ ਇਹਦੇ 'ਤੇ ਅੱਖਾਂ ਬੰਦ ਕਰਕੇ ਗੁਜ਼ਾਰਾ ਨਹੀਂ ਹੋਣਾ, ਅੱਖਾਂ ਖੋਲ੍ਹ ਕੇ ਕੰਮ ਕਰਨਾ ਪਊਗਾ। ਜੇ ਤੁਸੀਂ ਕੰਮ ਨਾ ਕੀਤਾ ਤੇ ਫਿਰ ਗੁਰੂ ਨਗਰੀ ਵਾਸਤੇ ਮੈਂ ਅਣਮਿੱਥੇ ਸਮੇਂ ਵਾਸਤੇ, ਜਿੱਦਾਂ ਜੰਤਰ ਮੰਤਰ ਕਿਸਾਨੀ ਬਿੱਲਾਂ ਦੇ ਉੱਤੇ 1 ਸਾਲ ਧਰਨਾ ਦਿੱਤਾ ਸੀ ਨਾ, ਅਣਮਿੱਥੇ ਸਮੇਂ ਵਾਸਤੇ ਤੰਬੂ ਲਾ ਕੇ ਕਮਿਸ਼ਨਰ ਆਫ ਪੁਲਿਸ ਜਾਂ DGP ਦੇ ਲੱਗ ਗਿਆ, ਕਿਉਂਕਿ ਚੰਡੀਗੜ੍ਹ ਸ਼ਹਿਰ ਲੱਗੇ ਨਾ, ਫਿਰ ਕਮਿਸ਼ਨਰ ਆਫ ਪੁਲਿਸ ਤੇ SSP ਦਿਹਾਤੀ ਦੋਵਾਂ ਦੇ ਬਾਹਰ ਤੰਬੂ ਲੱਗਾ ਹੋਊਗਾ ਤੇ ਲਗਾਤਾਰ ਧਰਨਾ ਜਿਹੜਾ
ਉਹ ਚੱਲੇਗਾ ਜਿੰਨਾ ਚਿਰ ਦੜਾ ਸੱਟਾ ਸ਼ਹਿਰ 'ਚੋਂ ਬੰਦ ਨਹੀਂ ਹੁੰਦਾ, ਜਿੰਨਾ ਚਿਰ ਇਹ ਜਿਹੜੇ ਡਰੱਗ ਦੇ ਮੇਨ ਪੈਡਲਰ, ਮੈਂ ਫੇਰ ਕਹੂੰਗਾ, ਤੁਸੀਂ ਮੈਨੂੰ ਪਤਾ ਤੁਸੀਂ ਫੜ ਲੈਣੇ ਜਾ ਗਿਆ ਪੀਣ ਵਾਲੇ ਮੋੜਾ ਮਾੜਾ ਦੇ ਖੜੇ ਨੇ, ਕੋਈ 2-4 ਉੱਧਰੋਂ ਫੜ ਲੋਗੇ, ਮੇਨ ਜੇ ਸਪਲਾਈ ਲਾਈਨ ਤੁਸੀਂ ਨਾ ਤੋੜੀ ਤੇ ਇਹ ਵੀ ਅਲਕੋਹਲ ਦੀ, ਦੜੇ ਸੱਟੇ ਦੀ ਤੇ ਚਿੱਟੇ ਦੀ ਇਹ ਧਰਨਾ ਜਿਹੜਾ ਉਹਨਾਂ ਚਿਰ ਜਾਰੀ ਰਹੂਗਾ। ਕਿਉਂਕਿ ਮੈਂ ਤੇ ਸ਼ਹਿਰ 'ਚ ਲੋਕਾਂ ਨੇ ਚੁਣਿਆ, ਮੈਂ ਮਾਵਾਂ ਨੂੰ ਰੋਂਦਿਆਂ ਨਹੀਂ ਵੇਖ ਸਕਦਾ, ਸਾਨੂੰ ਰੋ ਕੇ ਗਲੇ ਪੈਂਦੇ, ਸਾਡਾ ਆਪਣਾ ਅਸੀਂ ਵੀ ਪਿਸ ਜਾਂਦੇ ਸਾਂ ਵੀ ਯਾਰ ਅਸੀਂ ਕੋਈ ਕਿਸੇ ਗੱਲ ਦੇ ਰਵਾਦਾਰ ਹੀ ਨਹੀਂ ਹੈਗੇ ਤੇ ਕਿਉਂ ਲੋਕਾਂ ਤੋਂ ਮਾੜੀ ਸੁਣਨੇ, ਲੋਕ ਸਾਡੇ ਗਲ ਪੈਂਦੇ ਆ, ਕਿਉਂ ਅਸੀਂ ਸੁਣੀਏ? ਅਸੀਂ ਪੁਲਿਸ ਨੂੰ ਪ੍ਰੋਟੈਕਟ ਨਹੀਂ ਕਰਨਾ, ਰੋਂਦੀਆਂ ਮਾਵਾਂ ਨਾਲ ਖਲੋਣਾ, ਮੈਂ ਅੰਮ੍ਰਿਤਸਰ ਦੇ ਨਾਲ ਖਲੋਣਾ। ਇਹ ਮੇਰੀ ਗੱਲ ਅੱਜ ਸਮਝ ਪਾ ਲੈਣ, ਇਹ ਮੇਰਾ ਇਹਨੂੰ ਜੋ ਵੀ ਸਮਝ ਸਕਦੇ ਜੇ ਚਿੱਠੀ ਨੂੰ ਉਹ ਸਮਝ ਲਿਓ। ਮੈਂ ਸਿਰਫ ਐਂਟੀ ਡਰੱਗ ਡੇ ਤੱਕ ਤੁਹਾਨੂੰ ਟਾਈਮ ਦਿੱਤਾ, ਸਰਕਾਰ ਜਿਹੜੀ ਬਣ ਜੂਗੀ ਪਹਿਲੇ ਦਿਨ ਹੀ ਮੇਰੀ ਫਿਰ ਪ੍ਰੈਸ ਕਾਨਫਰੰਸ ਇਹਦੇ ਤੇ ਹੋਊਗੀ, ਭਾਵੇਂ ਸਾਡੀ ਬਣ ਜੇ ਭਾਵੇਂ ਕਿਸੇ ਦੀ ਬਣ ਜੇ, ਵੀ ਇਹ ਤੇ ਤੁਹਾਨੂੰ ਕਾਰਵਾਈ ਕਰਨੀ ਪਊਗੀ।